सत श्री अकाल दोस्तों, स्वागत है ਤੁਹਾਡੇ ਆਪਣੇ चैनल पीबी पंजाबी कहानियां ते। ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਨਵੀਂ ਪੰਜਾਬੀ ਕਹਾਣੀ। ਮੇਰਾ ਨਾਮ ਸੰਦੀਪ ਹੈ ਅਤੇ ਮੇਰੀ ਉਮਰ 27 ਸਾਲ ਹੈ। ਮੈਂ ਬਹੁਤ ਗਰੀਬ ਪਰਿਵਾਰ ਤੋਂ ਸੀ। ਜਦੋਂ ਤੋਂ ਮੇਰਾ ਵਿਆਹ ਹੋਇਆ ਤਾਂ ਮੇਰੇ ਘਰ ਲੜਕੇ ਆਉਣੇ ਸ਼ੁਰੂ ਹੋ ਗਏ, ਕਿਉਂਕਿ ਮੇਰੀ ਪਤਨੀ ਕੋਲ ਅਜਿਹਾ ਪੇਪਰ ਸੀ ਜਿਸ ਨੂੰ ਦਿੰਦੀ ਉਸ ਦੀ ਨੌਕਰੀ ਲੱਗ ਜਾਂਦੀ। मैं हैरान सी क्योंकि मैं मजदूर सी ਅਤੇ ਸਾਰਾ ਦਿਨ ਕੰਮ ਕਰਦਾ ਸੀ। ਮੇਰੀ ਪਤਨੀ ਨੇ ਮੈਨੂੰ ਨੌਕਰੀ ਕਿਉਂ ਨਹੀਂ ਲਗਵਾਇਆ। ਗੁੱਸੇ ਵਿੱਚ ਮੈਂ ਆਪਣੀ ਪਤਨੀ ਨੂੰ ਤਲਾਕ ਦੇਣ ਬਾਰੇ ਸੋਚਿਆ। ਫਿਰ ਇੱਕ ਰਾਤ ਮੈਨੂੰ ਅਲਮਾਰੀ ਵਿੱਚੋਂ ਇੱਕ ਫਾਈਲ ਮਿਲੀ। ਫਾਈਲ ਦੇਖ ਕੇ ਮੇਰੇ ਹੋਸ਼ ਉੱਡ ਗਏ, ਕਿਉਂਕਿ ਮੇਰੀ ਪਤਨੀ ਇੱਕ ਬਹੁਤ ਵੱਡੀ। ਅੱਜ ਮੇਰਾ ਵਿਆਹ ਸੀ ਅਤੇ ਅੱਜ ਮੇਰਾ ਇੱਕ ਅਜਿਹਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ ਜਿਸ ਦਾ ਸੁਪਨਾ ਹਰ ਮਾਂ-ਬਾਪ ਆਪਣੇ ਬੱਚਿਆਂ ਲਈ ਦੇਖਦੇ ਹਨ। ਉਹ ਕੁੜੀ ਮੇਰੀ ਜ਼ਿੰਦਗੀ ਵਿੱਚ ਆਉਣ ਵਾਲੀ ਸੀ ਜੋ ਮੇਰੀ ਦੁਲਹਨ ਬਣੇਗੀ। ਮੈਂ ਉਸ ਨੂੰ ਅੱਜ ਤੋਂ ਪਹਿਲਾਂ ਕਦੇ ਨਹੀਂ ਦੇਖਿਆ ਸੀ, ਕਿਉਂਕਿ ਸਾਡੇ ਗਰੀਬਾਂ ਦੀ ਕਿਸਮਤ ਕਿੱਥੇ, ਜਿੱਥੇ ਪਹਿਲਾਂ ਕੁੜੀ ਵਿਖਾਈ ਜਾਂਦੀ ਹੋਵੇ ਤੇ ਫਿਰ ਪਸੰਦ ਕਰਕੇ ਵਿਆਹ ਕਰਵਾਇਆ ਜਾਂਦਾ ਹੋਵੇ। ਅਸੀਂ ਇਸ ਨੂੰ ਕਿਸਮਤ ਸਮਝ ਕੇ ਖੁਸ਼ ਹੋ ਜਾਂਦੇ ਹਾਂ। ਮੇਰਾ ਵਿਆਹ ਧੂਮ-ਧਾਮ ਨਾਲ ਨਹੀਂ, ਸਗੋਂ ਇੱਜ਼ਤ ਨਾਲ ਹੋਇਆ ਸੀ। ਪਤਾ ਨਹੀਂ ਉਹ ਕੁੜੀ ਕਿਹੋ ਜਿਹੀ ਹੋਵੇਗੀ, ਇਹ ਕਿਵੇਂ ਪਤਾ ਲੱਗੇਗਾ। ਇਹ ਸਾਰੀਆਂ ਗੱਲਾਂ ਮੇਰੇ ਦਿਮਾਗ ਵਿੱਚ ਚੱਲ ਰਹੀਆਂ ਸਨ। ਮੈਂ ਬਾਹਰ ਦੋਸਤਾਂ ਨਾਲ ਬੈਠਾ ਸੀ। ਮੇਰੇ ਦੋਸਤ ਮੈਨੂੰ ਛੇੜ ਰਹੇ ਸਨ ਕਿ ਭਾਈ ਤੇਰੀ ਲਾਟਰੀ ਲੱਗ ਗਈ ਹੈ, ਤੁਹਾਡੀ ਪਤਨੀ ਬਹੁਤ ਸੋਹਣੀ ਹੈ। ਮੇਰੇ ਦਿਲ ਵਿੱਚ ਲੱਡੂ ਫੁੱਟ ਰਹੇ ਸਨ ਕਿ ਮੇਰੀ ਪਤਨੀ ਸੱਚਮੁੱਚ ਇੰਨੀ ਸੋਹਣੀ ਹੈ। ਕੀ ਇਹ ਸੱਚ ਹੈ? ਇਸੇ ਦੌਰਾਨ ਮਾਂ ਨੇ ਮੈਨੂੰ ਬੁਲਾਇਆ ਕਿ ਬੇਟਾ ਹੁਣ ਘਰ ਆ ਜਾ, ਬਹੂ ਤੇਰੀ ਉਡੀਕ ਕਰ ਰਹੀ ਹੈ। ਮੈਂ ਆਪਣੇ ਦੋਸਤਾਂ ਨੂੰ ਕਿਹਾ ਕਿ ਹੁਣ ਤੁਸੀਂ ਸਾਰੇ ਆਪਣੇ ਘਰ ਜਾਓ ਅਤੇ ਮੈਂ ਆਪਣੇ ਘਰ ਦੇ ਅੰਦਰ ਚਲਾ ਗਿਆ। ਜਦੋਂ ਮੈਂ ਕਮਰੇ ਵਿੱਚ ਵੜਿਆ ਤਾਂ ਉਹ ਘੁੰਡ ਕੱਢ ਕੇ ਬੈਠੀ ਸੀ। ਥੋੜਾ ਜਿਹਾ ਅੱਗੇ ਜਾ ਕੇ ਮੈਂ ਧੜਕਦੇ ਦਿਲ ਨਾਲ ਉਸ ਦਾ ਘੁੰਡ ਆਰਾਮ ਨਾਲ ਚੁੱਕਿਆ। ਉਹ ਚੰਨ ਤੋਂ ਘੱਟ ਨਹੀਂ ਲੱਗ ਰਹੀ ਸੀ। ਉਹ ਮੇਰੇ ਦੋਸਤਾਂ ਦੀਆਂ ਘਰਵਾਲੀਆਂ ਤੋਂ ਦੁੱਗਣੀ ਸੋਹਣੀ ਸੀ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੇਰੀ ਕਿਸਮਤ ਇੰਨੀ ਚੰਗੀ ਹੋ ਸਕਦੀ ਹੈ। ਮੈਂ ਇਹਨਾਂ ਸੋਚਾਂ ਵਿੱਚ ਗੁਆਚਿਆ ਹੋਇਆ ਸੀ। ਅਚਾਨਕ ਮੇਰੀ ਨਜ਼ਰ ਮੇਰੀ ਪਤਨੀ ਦੇ ਹੱਥਾਂ 'ਤੇ ਪਈ। ਉਸ ਦੇ ਹੱਥ ਵਿੱਚ ਕੁਝ ਕਾਗਜ਼ ਸਨ, ਜਿਨ੍ਹਾਂ ਨੂੰ ਦੇਖ ਕੇ ਮੈਂ ਹੈਰਾਨ ਰਹਿ ਗਿਆ ਕਿ ਮੇਰੀ ਪਤਨੀ ਦੇ ਹੱਥ ਵਿੱਚ ਕੀ ਹੈ। ਮੈਂ ਪਤਨੀ ਨੂੰ ਪੁੱਛਿਆ ਤਾਂ ਉਹ ਕਹਿਣ ਲੱਗੀ, ਇਹ ਉਹ ਕਾਗਜ਼ ਹੈ ਜੋ ਮੇਰੀ ਮਾਂ ਨੇ ਮੈਨੂੰ ਬਚਪਨ ਵਿੱਚ ਦਿੱਤਾ ਸੀ ਅਤੇ ਇਹ ਮੇਰੀ ਮਰੀ ਹੋਈ ਮਾਂ ਦੀ ਆਖਰੀ ਨਿਸ਼ਾਨੀ ਹੈ। ਫਿਰ ਮੈਂ ਗੱਲ ਬਦਲ ਦਿੱਤੀ, ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਕਿ ਮੇਰੀ ਪਤਨੀ ਇਸ ਨੂੰ ਮਹਿਸੂਸ ਕਰੇ। ਵੈਸੇ ਵੀ ਇਹ ਮੇਰੇ ਵਿਆਹ ਦੀ ਪਹਿਲੀ ਰਾਤ ਸੀ। ਅਸੀਂ ਦੋਵਾਂ ਨੇ ਖਾਣਾ ਖਾਧਾ, ਬਹੁਤ ਗੱਲਾਂ ਕੀਤੀਆਂ ਅਤੇ ਫਿਰ ਸੋ ਗਏ। ਪਰ ਇਹ ਗੱਲ ਮੇਰੇ ਦਿਮਾਗ ਵਿੱਚ ਘੁੰਮਦੀ ਰਹੀ। ਸਵੇਰੇ ਹੁੰਦਿਆਂ ਹੀ ਮੈਂ ਰੋਜ਼ ਵਾਂਗ ਕੰਮ ਤੇ ਚਲਾ ਗਿਆ, ਕਿਉਂਕਿ ਜੇਕਰ ਗਰੀਬ ਇੱਕ ਦਿਨ ਵੀ ਕੰਮ ਤੇ ਨਾ ਜਾਣ ਤਾਂ ਉਹਨਾਂ ਲਈ 2 ਵਕਤ ਦੀ ਰੋਟੀ ਖਾਣੀ ਵੀ ਔਖੀ ਹੋ ਜਾਂਦੀ ਹੈ। ਪਰ ਜਿਵੇਂ ਹੀ ਮੈਂ ਸ਼ਾਮ ਨੂੰ ਘਰ ਪਰਤਿਆ ਤਾਂ ਮੈਨੂੰ ਘਰ ਵਿੱਚ ਅਜੀਬ ਜਿਹਾ ਮਾਹੌਲ ਮਹਿਸੂਸ ਹੋਇਆ। ਮੈਨੂੰ ਇੰਜ ਲੱਗਾ ਜਿਵੇਂ ਬਹੁਤ ਸਾਰੇ ਲੋਕ ਸਾਡੇ ਘਰ ਆਏ ਹੋਣ। ਸਾਰੇ ਘਰ ਵਿੱਚ ਇੱਕ ਅਜੀਬ ਜਿਹੀ ਮਹਿਕ ਸੀ। ਜਦੋਂ ਮੈਂ ਆਪਣੀ ਪਤਨੀ ਨੂੰ ਪੁੱਛਿਆ ਤਾਂ ਉਸ ਦੇ ਚਿਹਰੇ ਦਾ ਰੰਗ ਉੱਡ ਗਿਆ ਅਤੇ ਉਹਨੇ ਡਰਦੀ ਹੋਈ ਨੇ ਕਿਹਾ ਕਿ ਨਹੀਂ, ਇੱਥੇ ਕੋਈ ਨਹੀਂ ਆਇਆ। ਮੈਂ ਘਰ ਦੇ ਆਲੇ ਦੁਆਲੇ ਦੇਖਿਆ ਤਾਂ ਮੇਰੇ ਆਪਣੇ ਮਾਤਾ ਪਿਤਾ ਜੀ ਵੀ ਘਰ ਨਹੀਂ ਸਨ। ਜਦੋਂ ਮੈਂ ਪਤਨੀ ਨੂੰ ਪੁੱਛਿਆ ਤਾਂ ਉਹ ਕਹਿਣ ਲੱਗੀ ਕਿ ਤੁਹਾਡੇ ਜਾਣ ਤੋਂ 2 ਘੰਟੇ ਬਾਅਦ ਹੀ ਉਹ ਕਿਸੇ ਹੋਰ ਸ਼ਹਿਰ ਚਲੇ ਗਏ ਸੀ ਅਤੇ ਮੈਨੂੰ ਕਹਿ ਕੇ ਗਏ ਸੀ ਕਿ ਜਦੋਂ ਤੁਸੀਂ ਕੰਮ ਤੋਂ ਆ ਜਾਓਗੇ ਤਾਂ ਦੱਸ ਦਿਓ ਕਿ ਤੁਹਾਡੀ ਦਾਦੀ ਜੀ ਦੀ ਤਬੀਅਤ ਅਚਾਨਕ ਵਿਗੜ ਗਈ ਹੈ। ਇਸੇ ਲਈ ਉਹਨਾਂ ਨੂੰ ਜਾਣਾ ਪਿਆ। ਮੈਂ ਆਪਣਾ ਹੱਥ ਮੂੰਹ ਧੋਤਾ ਅਤੇ ਮੇਰੀ ਪਤਨੀ ਨੇ ਖਾਣਾ ਪਾ ਦਿੱਤਾ। ਖਾਣਾ ਖਾ ਕੇ ਅਸੀਂ ਸੌਂ ਗਏ। ਸੌਂਦੇ ਹੋਏ ਵੀ ਇਹ ਸਾਰੀਆਂ ਗੱਲਾਂ ਮੇਰੇ ਦਿਮਾਗ ਵਿੱਚ ਚੱਲ ਰਹੀਆਂ ਸਨ, ਪਰ ਮੈਂ ਇਸ ਗੱਲ ਨੂੰ ਆਪਣੇ ਮਨ ਵਿੱਚ ਨਹੀਂ ਆਉਣ ਦਿੱਤਾ, ਕਿਉਂਕਿ ਮੇਰੀ ਪਤਨੀ ਦਾ ਸੁਭਾਅ ਬਹੁਤ ਵਧੀਆ ਸੀ। ਜੇਕਰ ਮੈਨੂੰ ਸ਼ੱਕ ਵੀ ਹੁੰਦਾ ਤਾਂ ਮੇਰੇ ਕੋਲ ਕੋਈ ਸਬੂਤ ਵੀ ਨਹੀਂ ਸੀ। ਮੈਂ ਉਸ 'ਤੇ ਗਲਤ ਹੋਣ ਦਾ ਦੋਸ਼ ਕਿਵੇਂ ਲਗਾ ਸਕਦਾ ਸੀ। ਇਹ ਸੋਚਦਿਆਂ ਮੈਨੂੰ ਕਦੋਂ ਨੀਂਦ ਆ ਗਈ, ਮੈਨੂੰ ਪਤਾ ਵੀ ਨਹੀਂ ਲੱਗਿਆ। ਸਵੇਰ ਜਦੋਂ ਮੈਂ ਕੰਮ ਤੇ ਜਾਣ ਲਈ ਘਰੋਂ ਨਿਕਲਿਆ ਤਾਂ ਮੇਰੀ ਗੁਆਂਢਣ ਮੈਨੂੰ ਅਜੀਬ ਨਜ਼ਰਾਂ ਨਾਲ ਦੇਖ ਰਹੀ ਸੀ। ਮੈਨੂੰ ਸਿਰ ਤੋਂ ਪੈਰਾਂ ਤੱਕ ਦੇਖਣ ਲੱਗੀ। ਮੈਂ ਉਹਦੇ ਵੱਲ ਧਿਆਨ ਨਹੀਂ ਦਿੱਤਾ ਅਤੇ ਅੱਗੇ ਵਧਿਆ।
ਜਿਵੇਂ ਹੀ ਮੈਂ ਅਗਲੀ ਗਲੀ ਵਿੱਚ ਵੜਿਆ ਤਾਂ ਮੁਹੱਲੇ ਦੀ ਇੱਕ ਹੋਰ ਔਰਤ ਮੇਰੇ ਵੱਲ ਅਜੀਬ ਨਜ਼ਰਾਂ ਨਾਲ ਦੇਖ ਰਹੀ ਸੀ। ਉਹ ਸਾਰੇ ਮੇਰੇ ਵੱਲ ਇਸ ਤਰ੍ਹਾਂ ਦੇਖ ਰਹੇ ਸਨ ਜਿਵੇਂ ਮੈਂ ਕੋਈ ਵੱਡਾ ਪਾਪ ਕੀਤਾ ਹੋਵੇ। ਉਹ ਇਹ ਸਭ ਕਿਉਂ ਕਰ ਰਹੀ ਸੀ, ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ, ਕਿਉਂਕਿ ਮੇਰੇ ਨਾਲ ਪਹਿਲਾਂ ਅਜਿਹਾ ਕਦੇ ਨਹੀਂ ਹੋਇਆ ਸੀ। ਮੈਂ ਤੇਜ਼ੀ ਨਾਲ ਕੰਮ ਤੇ ਗਿਆ, ਕਿਉਂਕਿ ਪਹਿਲਾਂ ਹੀ ਕਾਫੀ ਦੇਰ ਹੋ ਚੁੱਕੀ ਸੀ। ਸਾਰਾ ਦਿਨ ਕੰਮ ਤੋਂ ਥੱਕਿਆ ਮੈਂ ਘਰ ਆ ਕੇ ਮੰਜੇ ਤੇ ਲੇਟ ਗਿਆ। ਸਾਹਮਣੇ ਮੇਰੀ ਪਤਨੀ ਬੈਠੀ ਸੀ ਅਤੇ ਉਸ ਨੂੰ ਮੇਰੇ ਆਉਣ ਦਾ ਪਤਾ ਨਹੀਂ ਸੀ ਕਿ ਮੈਂ ਘਰ ਆ ਗਿਆ ਹਾਂ। ਉਹ ਉਸੇ ਕਾਗਜ਼ ਨੂੰ ਫੜੀ ਕਿਸੇ ਡੂੰਘੀ ਸੋਚ ਵਿੱਚ ਸੀ। ਜੋ ਕਾਗਜ਼ ਉਸਦੇ ਵਿਆਹ ਦੀ ਪਹਿਲੀ ਰਾਤ ਉਸਦੇ ਹੱਥ ਵਿੱਚ ਸੀ। ਮੈਂ ਉਸ ਨੂੰ ਆਵਾਜ਼ ਮਾਰੀ, ਪਰ ਉਸ ਨੂੰ ਮੇਰੀ ਆਵਾਜ਼ ਨਹੀਂ ਸੁਣੀ। ਇਸ ਲਈ ਮੈਂ ਉਸਦੇ ਮੋਢੇ ਨੂੰ ਹਿਲਾ ਦਿੱਤਾ ਤਾਂ ਉਹ ਅਚਾਨਕ ਚੌਂਕ ਕੇ ਖੜੀ ਹੋ ਗਈ ਅਤੇ ਕਹਿਣ ਲੱਗੀ ਕਿ ਤੁਸੀਂ ਕਦੋਂ ਆਏ, ਅਤੇ ਉਹ ਮੇਰੇ ਵੱਲ ਇਸ ਤਰ੍ਹਾਂ ਦੇਖ ਰਹੀ ਸੀ ਜਿਵੇਂ ਉਸਨੇ ਮੈਨੂੰ ਕਦੇ ਦੇਖਿਆ ਨਾ ਹੋਵੇ। ਦੋਵੇਂ ਮੋਢੇ ਫੜ ਕੇ ਮੈਂ ਉਸ ਨੂੰ ਮੰਜੇ ਤੇ ਬਿਠਾਇਆ ਅਤੇ ਪੁੱਛਿਆ ਕਿ ਕੋਈ ਸਮੱਸਿਆ ਹੈ ਤਾਂ ਦੱਸੋ। ਪਹਿਲਾਂ ਤਾਂ ਉਹ 20-25 ਮਿੰਟ ਚੁੱਪ ਰਹੀ। ਫਿਰ ਉਸਨੇ ਕਿਹਾ ਕਿ ਮੈਂ ਆਪਣੀ ਮਾਂ ਨੂੰ ਬਹੁਤ ਯਾਦ ਕਰ ਰਹੀ ਹਾਂ, ਕਿਉਂਕਿ ਇਹ ਪੇਪਰ ਮੈਨੂੰ ਆਪਣੀ ਮਾਂ ਦੀ ਯਾਦ ਦਿਵਾਉਂਦਾ ਹੈ। ਅਸੀਂ ਇਹ ਸਭ ਗੱਲਾਂ ਕਰ ਰਹੇ ਸੀ ਕਿ ਅਚਾਨਕ ਗੁਆਂਢਣ ਸਾਡੇ ਘਰ ਆ ਗਈ। ਉਸ ਦਾ ਕੀ ਕਹਿਣਾ, ਉਹ ਸਾਰੇ ਇਲਾਕੇ ਦੀ ਖਬਰ ਰੱਖਦੀ ਹੈ, ਤੇ ਗੁਆਂਢਣ ਮੇਰੀ ਪਤਨੀ ਨੂੰ ਅਜੀਬ ਨਜ਼ਰਾਂ ਨਾਲ ਦੇਖ ਰਹੀ ਸੀ। ਫਿਰ ਅਚਾਨਕ ਉਹ ਮੈਨੂੰ ਕਹਿਣ ਲੱਗੀ ਕਿ ਬੇਟਾ, ਤੂੰ ਆਪਣੀ ਜਵਾਨ ਪਤਨੀ ਨੂੰ ਘਰ ਇਕੱਲਾ ਛੱਡ ਕੇ ਕੰਮ ਤੇ ਚਲੇ ਜਾਂਦੇ ਹੋ। ਤੁਸੀਂ ਧਿਆਨ ਰੱਖੋ, ਤੁਹਾਡੇ ਮਾਪੇ ਵੀ ਘਰ ਨਹੀਂ ਹਨ ਅਤੇ ਪਤਨੀ ਪਿੱਛੇ ਕੀ ਕਰ ਰਹੀ ਹੈ, ਤੁਹਾਨੂੰ ਇਸ ਬਾਰੇ ਸੁਚੇਤ ਹੋਣਾ ਚਾਹੀਦਾ ਹੈ। ਇਹ ਸੁਣ ਕੇ ਮੇਰੇ ਸਰੀਰ ਨੂੰ ਅੱਗ ਲੱਗ ਗਈ, ਕਿਉਂਕਿ ਉਹ ਮੇਰੀ ਪਤਨੀ ਤੇ ਦੋਸ਼ ਲਗਾ ਰਹੀ ਸੀ, ਮੇਰੀ ਪਤਨੀ ਨੂੰ ਗਲਤ ਦੱਸ ਰਹੀ ਸੀ। ਮੈਂ ਉਸ ਨੂੰ ਕੁਝ ਨਹੀਂ ਕਹਿ ਸਕਦਾ ਸੀ, ਕਿਉਂਕਿ ਉਹ ਮੇਰੇ ਤੋਂ ਵੱਡੀ ਸੀ ਅਤੇ ਜੇਕਰ ਮੈਂ ਕੁਝ ਕਹਿ ਦਿੰਦਾ ਤਾਂ ਮੇਰੀ ਪਤਨੀ ਦੀ ਬਦਨਾਮੀ ਹੋ ਜਾਣੀ ਸੀ। ਉਹ 2-4 ਗੱਲਾਂ ਕਹਿ ਕੇ ਚਲੀ ਗਈ। ਉਸ ਦੇ ਜਾਂਦੇ ਹੀ ਮੇਰੀ ਪਤਨੀ ਕਮਰੇ ਵਿੱਚੋਂ ਬਾਹਰ ਆ ਕੇ ਮੇਰੇ ਕੋਲ ਬੈਠ ਗਈ। ਉਸਨੇ ਮੈਨੂੰ ਖਾਣਾ ਦਿੱਤਾ। ਮੈਂ ਖਾਣਾ ਖਾ ਲਿਆ ਅਤੇ ਮੰਜੇ ਤੇ ਲੇਟ ਗਿਆ। ਪਹਿਲਾਂ ਮੁਹੱਲੇ ਦੀਆਂ ਔਰਤਾਂ ਨੇ ਮੇਰੇ ਵੱਲ ਅਜੀਬ ਨਜ਼ਰਾਂ ਨਾਲ ਦੇਖਿਆ, ਫਿਰ ਉਸ ਦੀਆਂ ਅਜਿਹੀਆਂ ਗੱਲਾਂ ਮੈਨੂੰ ਸ਼ੱਕ ਵਿੱਚ ਪਾ ਰਹੀਆਂ ਸਨ ਕਿ ਮੇਰੀ ਪਤਨੀ ਸੱਚਮੁੱਚ ਚੰਗੀ ਕੁੜੀ ਨਹੀਂ ਸੀ, ਕਿ ਜਦੋਂ ਮੈਂ ਘਰ ਨਹੀਂ ਹੁੰਦਾ ਉਹ ਮੁੰਡਿਆਂ ਨੂੰ ਘਰ ਬੁਲਾਉਂਦੀ ਹੈ। ਮੈਂ ਸਵੇਰੇ ਉੱਠਿਆ ਅਤੇ ਬਿਨਾਂ ਖਾਣਾ ਖਾਧੇ ਕੰਮ ਤੇ ਚਲਾ ਗਿਆ, ਕਿਉਂਕਿ ਮੇਰਾ ਦਿਲ ਕੁਝ ਖਾਣ ਦੇ ਮੂਡ ਵਿੱਚ ਨਹੀਂ ਸੀ। ਕਿਹਾ ਜਾਂਦਾ ਹੈ ਕਿ ਜਦੋਂ ਵਿਅਕਤੀ ਨੂੰ ਮਨ ਦੀ ਸ਼ਾਂਤੀ ਨਹੀਂ ਹੁੰਦੀ ਤਾਂ ਉਸ ਦਾ ਕੁਝ ਵੀ ਖਾਣ ਪੀਣ ਦਾ ਮਨ ਨਹੀਂ ਕਰਦਾ। ਅੱਧਾ ਦਿਨ ਚੰਗਾ ਕੰਮ ਕੀਤਾ, ਪਰ ਭੁੱਖ ਕਾਰਨ ਮੇਰੀ ਸਿਹਤ ਵਿਗੜਦੀ ਜਾ ਰਹੀ ਸੀ ਅਤੇ ਅਚਾਨਕ ਮੈਂ ਬੇਹੋਸ਼ ਹੋ ਗਿਆ। ਤਾਂ ਮੈਂ ਕੰਮ ਤੋਂ ਛੁੱਟੀ ਲੈ ਕੇ ਘਰ ਵਾਪਸ ਆ ਗਿਆ। ਮੈਂ ਘਰ ਦੇ ਬਾਹਰ ਪਹੁੰਚਿਆ ਤਾਂ ਦਰਵਾਜ਼ੇ ਤੇ ਨੌਜਵਾਨ ਮੁੰਡਿਆਂ ਦੀ ਲਾਈਨ ਲੱਗੀ ਹੋਈ ਸੀ। ਮੈਂ ਅੱਗੇ ਨਹੀਂ ਵਧਿਆ ਅਤੇ ਉਹ ਉੱਥੇ ਖੜਾ ਦੇਖ ਰਿਹਾ ਸੀ ਕਿ ਉਹ ਸਾਰੇ ਮੇਰੇ ਘਰ ਦੇ ਬਾਹਰ ਕੀ ਕਰ ਰਹੇ ਸਨ। ਇੱਕ ਮੁੰਡਾ ਅੰਦਰ ਜਾਂਦਾ ਤੇ ਅੱਧੇ ਘੰਟੇ ਬਾਅਦ ਵਾਪਸ ਆਉਂਦਾ, ਪਰ ਜਦੋਂ ਉਹ ਬਾਹਰ ਆਉਂਦਾ ਤਾਂ ਉਸ ਦੇ ਚਿਹਰੇ ਤੇ ਅਜੀਬ ਜਿਹੀ ਚਮਕ ਆ ਜਾਂਦੀ ਅਤੇ ਉਹ ਬਹੁਤ ਖੁਸ਼ ਹੁੰਦਾ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਸਭ ਕੀ ਹੋ ਰਿਹਾ ਹੈ। ਮੇਰੇ ਸਿਰ ਉੱਤੇ ਅਸਮਾਨ ਡਿੱਗ ਪਿਆ ਸੀ। ਜਦੋਂ ਮੈਂ ਮੁੰਡਿਆਂ ਨੂੰ ਪੁੱਛਣ ਲੱਗਾ ਤਾਂ ਉਹ ਕਹਿੰਦੇ ਕਿ ਅੰਦਰ ਬੈਠੀ ਕੁੜੀ ਕੋਲ ਅਜਿਹਾ ਜਾਦੂ ਕਾਗਜ਼ ਹੈ ਜਿਸ ਨੇ ਸਾਡੀ ਜ਼ਿੰਦਗੀ ਬਦਲ ਦਿੱਤੀ ਹੈ। ਉਹਨਾਂ ਵਿੱਚੋਂ ਕੋਈ ਵੀ ਮੈਨੂੰ ਨਹੀਂ ਜਾਣਦਾ ਸੀ ਅਤੇ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਉਹ ਜਿਸ ਕੁੜੀ ਦੇ ਕੋਲ ਜਾ ਰਹੇ ਸਨ ਉਹ ਮੇਰੀ ਪਤਨੀ ਸੀ। ਮੈਂ ਘਰ ਦੇ ਬਾਹਰ ਖੜਾ ਇਹ ਸਾਰਾ ਨਜ਼ਾਰਾ ਦੇਖ ਰਿਹਾ ਸੀ। ਹੁਣ ਸਾਰੇ ਮੁੰਡੇ ਜਾ ਚੁੱਕੇ ਸਨ, ਪਰ ਆ ਰਹੇ 2 ਮੁੰਡਿਆਂ ਦੀਆਂ ਗੱਲਾਂ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਂ ਸੋਚ ਵੀ ਨਹੀਂ ਸਕਦਾ ਸੀ ਕਿ ਮੇਰੀ ਪਤਨੀ ਇਸ ਤਰ੍ਹਾਂ ਨਿਕਲੇਗੀ ਅਤੇ ਮੇਰੀ ਪਤਨੀ ਅਜਿਹਾ ਮਾੜਾ ਕੰਮ ਕਰੇਗੀ। ਕੀ ਮੁੰਡੇ ਸੱਚ ਕਹਿ ਰਹੇ ਸਨ ਜਾਂ ਮੁੰਡੇ ਝੂਠ ਬੋਲ ਰਹੇ ਸਨ? ਪਰ ਇਹ ਝੂਠ ਬੋਲ ਕੇ ਉਹਨਾਂ ਨੂੰ ਕੀ ਮਿਲੇਗਾ? ਉਹ ਮੈਨੂੰ ਜਾਣਦੇ ਵੀ ਨਹੀਂ ਸੀ। 3 ਘੰਟਿਆਂ ਬਾਅਦ ਸਾਰੇ ਚਲੇ ਗਏ। ਦਿਲ ਕਰ ਰਿਹਾ ਸੀ ਕਿ ਮੈਂ ਜਾ ਕੇ ਆਪਣੀ ਪਤਨੀ ਦੀ ਗੱਲ ਤੇ ਜ਼ੋਰਦਾਰ ਥੱਪੜ ਮਾਰਾਂ ਅਤੇ ਉਸ ਨੂੰ ਪੁੱਛਾਂ ਕਿ ਮੇਰੇ ਪਿਆਰ ਵਿੱਚ ਕੀ ਕਮੀ ਸੀ ਕਿ ਤੂੰ ਅਜਿਹਾ ਕੰਮ ਕੀਤਾ ਅਤੇ ਮੇਰੇ ਜਾਣ ਤੋਂ ਬਾਅਦ ਇਹ ਸਭ ਕਿਉਂ ਕੀਤਾ। ਪਰ ਮੈਂ ਅਜਿਹਾ ਵੀ ਨਹੀਂ ਕਰ ਸਕਦਾ ਸੀ, ਕਿਉਂਕਿ ਮੇਰਾ ਅਜੇ ਨਵਾਂ ਹੀ ਵਿਆਹ ਹੋਇਆ ਸੀ। ਆਂਢ ਗੁਆਂਢ ਦੇ ਲੋਕ ਕੀ ਸੋਚਣਗੇ ਕਿ ਮੈਂ ਆਪਣੀ ਪਤਨੀ ਨਾਲ ਕਿਉਂ ਝਗੜਾ ਕਰ ਰਿਹਾ ਹਾਂ। ਮੈਂ ਚੁੱਪਚਾਪ ਘਰ ਜਾ ਕੇ ਮੰਜੇ ਤੇ ਬੈਠ ਗਿਆ। ਮੇਰੇ ਦਿਲ ਵਿੱਚ ਹਜ਼ਾਰਾਂ ਸਵਾਲ ਉੱਠ ਰਹੇ ਸਨ।
ਪਰ ਮੈਂ ਆਪਣੀ ਪਤਨੀ ਤੋਂ ਉਹਨਾਂ ਦਾ ਜਵਾਬ ਕਿਵੇਂ ਮੰਗ ਸਕਦਾ ਸੀ। ਜੇ ਮੈਂ ਇਹ ਗੱਲ ਆਪਣੀ ਪਤਨੀ ਨੂੰ ਦੱਸੀ ਕਿ ਮੇਰੇ ਘਰ ਜਾਣ ਤੋਂ ਬਾਅਦ ਤੁਸੀਂ ਗਲਤ ਕੰਮ ਕਰਦੇ ਹੋ, ਜੇ ਤੁਸੀਂ ਮੇਰੀ ਪਿੱਠ ਪਿੱਛੇ ਅਜਿਹਾ ਮਾੜਾ ਕੰਮ ਕਰਦੇ ਹੋ ਤਾਂ ਉਹ ਮੈਨੂੰ ਛੱਡ ਕੇ ਵੀ ਜਾ ਸਕਦੀ ਸੀ, ਕਿਉਂਕਿ ਮੇਰਾ ਹੁਣੇ-ਹੁਣੇ ਵਿਆਹ ਹੋਇਆ ਸੀ ਅਤੇ ਆਪਣੀ ਪਤਨੀ ਨੂੰ ਅਜੇ ਸਵਾਲ ਪੁੱਛਣੇ ਠੀਕ ਨਹੀਂ ਸਨ। ਪਰ ਜੇ ਮੈਂ ਕਰਾਂਗਾ ਤਾਂ ਕੀ ਕਰਾਂਗਾ? ਮੈਂ ਬਹੁਤ ਪਰੇਸ਼ਾਨ ਹੋ ਗਿਆ। ਮੈਂ ਬੈਠਾ ਉਸ ਬਾਰੇ ਸੋਚ ਹੀ ਰਿਹਾ ਸੀ ਕਿ ਉਦੋਂ ਹੀ ਪਤਨੀ ਦੀ ਆਵਾਜ਼ ਆਈ, ਸੁਣੋ, ਘੱਟੋ ਘੱਟ ਪਾਣੀ ਤਾਂ ਪੀ ਲਓ, ਕਦੋਂ ਤੋਂ ਖੜੀ ਹਾਂ। ਮੈਂ ਪਾਣੀ ਦਾ ਗਲਾਸ ਫੜਿਆ ਅਤੇ ਪੀ ਕੇ ਲੇਟ ਗਿਆ। ਪਤਨੀ ਨੇ ਮੇਰੇ ਕੋਲ ਬੈਠ ਕੇ ਮੇਰੇ ਮੱਥੇ ਤੇ ਹੱਥ ਰੱਖ ਕੇ ਪੁੱਛਿਆ, ਕੀ ਤੁਹਾਨੂੰ ਬੁਖਾਰ ਹੈ? ਤੁਸੀਂ ਬਿਮਾਰ ਮਹਿਸੂਸ ਕਰ ਰਹੇ ਹੋ? ਮੈਂ ਧਿਆਨ ਨਾਲ ਆਪਣੀ ਪਤਨੀ ਵੱਲ ਦੇਖ ਰਿਹਾ ਸੀ। ਮੈਂ ਉਸ ਦੇ ਮਾਸੂਮ ਚਿਹਰੇ ਤੇ ਵਿਸ਼ਵਾਸ ਕਰਾਂ ਜਾਂ ਮੈਂ ਉਸ ਸਭ ਕੁਝ ਤੇ ਵਿਸ਼ਵਾਸ ਕਰ ਲੈਂਦਾ ਜੋ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਅਤੇ ਜੋ ਮੈਂ ਮੁੰਡਿਆਂ ਤੋਂ ਸੁਣਿਆ ਸੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਮੇਰੀ ਪਤਨੀ ਮੇਰੇ ਲਈ ਖਾਣਾ ਲੈ ਕੇ ਆਈ ਅਤੇ ਮੇਰੇ ਨਾਲ ਪਿਆਰ ਨਾਲ ਗੱਲਾਂ ਕਰਨ ਲੱਗੀ। ਦੇਖੋ, ਅੱਜ ਮੈਂ ਭਿੰਡੀ ਬਣਾ ਲਈ ਹੈ, ਤੁਹਾਨੂੰ ਇਹ ਬਹੁਤ ਪਸੰਦ ਹੈ। ਮੈਂ ਗੁੱਸੇ ਨਾਲ ਕਿਹਾ ਕਿ ਮੈਨੂੰ ਭੁੱਖ ਨਹੀਂ ਹੈ, ਮੇਰਾ ਕੁਝ ਖਾਣ ਨੂੰ ਦਿਲ ਨਹੀਂ ਕਰਦਾ, ਮੈਂ ਇਸ ਨੂੰ ਬਾਅਦ ਵਿੱਚ ਖਾਵਾਂਗਾ। ਮੈਂ ਬਸ ਇੰਨਾ ਹੀ ਕਿਹਾ ਸੀ ਕਿ ਮੇਰੀ ਪਤਨੀ ਨੇ ਜ਼ਬਰਦਸਤੀ ਮੈਨੂੰ ਆਪਣੇ ਹੱਥਾਂ ਨਾਲ ਖਾਣਾ ਖਵਾਉਣਾ ਸ਼ੁਰੂ ਕਰ ਦਿੱਤਾ ਅਤੇ ਕਿਹਾ ਕਿ ਉਹ ਇਸ ਤਰ੍ਹਾਂ ਕਿਵੇਂ ਨਹੀਂ ਖਾਣਗੇ। ਤੁਸੀਂ ਆਪਣੀ ਸਿਹਤ ਦਾ ਬਿਲਕੁਲ ਵੀ ਧਿਆਨ ਨਹੀਂ ਰੱਖਦੇ। ਤੁਸੀਂ ਸਾਰਾ ਦਿਨ ਕੰਮ ਕਰਦੇ ਹੋ ਅਤੇ ਫਿਰ ਜੇ ਤੁਸੀਂ ਨਹੀਂ ਖਾਂਦੇ ਤਾਂ ਤੁਸੀਂ ਬਿਮਾਰ ਹੋ ਜਾਵੋਗੇ। ਉਹ ਮੈਨੂੰ ਆਪਣੇ ਹੱਥਾਂ ਨਾਲ ਦੁੱਧ ਪਿਲਾ ਰਹੀ ਸੀ ਅਤੇ ਮੈਂ ਉਸ ਦੇ ਚਿਹਰੇ ਵੱਲ ਧਿਆਨ ਨਾਲ ਦੇਖ ਰਿਹਾ ਸੀ। ਮੈਨੂੰ ਯਕੀਨ ਨਹੀਂ ਆ ਰਿਹਾ ਸੀ। ਮੈਂ ਕਦੇ ਨਹੀਂ ਸੋਚਿਆ ਸੀ ਕਿ ਉਹ ਇੰਨੀ ਝੂਠੀ ਹੋ ਸਕਦੀ ਹੈ। ਮੇਰੇ ਸਾਹਮਣੇ ਕੁਝ ਹੋਰ ਹੁੰਦੀ ਹੈ ਅਤੇ ਮੇਰੀ ਪਿੱਠ ਪਿੱਛੇ ਕੁਝ ਹੋਰ। ਪਰ ਉਸ ਦੇ ਚਿਹਰੇ ਦੀ ਮਾਸੂਮੀਅਤ ਦੇਖ ਕੇ ਮੇਰਾ ਦਿਲ ਵਿਸ਼ਵਾਸ ਨਹੀਂ ਕਰ ਸਕਦਾ ਸੀ ਕਿ ਮੇਰੀ ਪਤਨੀ ਅਜਿਹੀ ਹਰਕਤ ਕਰੇਗੀ। ਮੈਂ ਆਪਣੀ ਪਤਨੀ ਦੇ ਹੱਥੋਂ ਖਾਣਾ ਖਾਧਾ, ਪਰ ਮੈਨੂੰ ਯਕੀਨ ਨਹੀਂ ਆਇਆ। ਮੇਰਾ ਦਿਲ ਨਹੀਂ ਮੰਨ ਰਿਹਾ ਸੀ। ਮੇਰੇ ਦਿਲ ਵਿੱਚ ਕਿਤੇ ਸ਼ੱਕ ਦੀ ਚੰਗਿਆੜੀ ਵੱਲ ਰਹੀ ਸੀ। ਮੈਂ ਮਨ ਹੀ ਮਨ ਵਿੱਚ ਵਿਉਂਤ ਬਣਾਉਣ ਲੱਗਾ ਕਿ ਕਿਵੇਂ ਆਪਣੇ ਪਤਨੀ ਨੂੰ ਰੰਗੇ ਹੱਥੀਂ ਫੜਾਂ। ਮੈਂ ਆਪਣੀ ਪਤਨੀ ਨੂੰ ਕਿਵੇਂ ਘੇਰਾਂ। ਮੇਰੇ ਦਿਮਾਗ ਵਿੱਚ ਇੱਕ ਤਰਕੀਬ ਆਈ ਕਿ ਮੈਂ ਸਵੇਰੇ ਕੰਮ ਤੇ ਨਹੀਂ ਜਾਵਾਂਗਾ। ਮੈਂ ਸਾਰਾ ਦਿਨ ਘਰ ਹੀ ਰਹਾਂਗਾ ਅਤੇ ਦੇਖਾਂਗਾ ਕਿ ਉਹ ਮੁੰਡਾ ਮੇਰੇ ਘਰ ਆਉਂਦਾ ਹੈ ਜਾਂ ਨਹੀਂ। ਸਵੇਰੇ ਮੈਂ ਜਾਣਬੁੱਝ ਕੇ ਸੋ ਰਿਹਾ ਸੀ ਅਤੇ ਮੇਰੀ ਪਤਨੀ ਜਾਗ ਗਈ। ਨਹਾ ਧੋ ਕੇ ਫਿਰ ਉਸ ਨੇ ਪੂਜਾ ਸ਼ੁਰੂ ਕਰ ਦਿੱਤੀ। ਉਸ ਨੂੰ ਪੂਜਾ ਕਰਦੇ ਦੇਖ ਕੇ ਮੈਂ ਸੋਚਣ ਲੱਗਾ ਕਿ ਇੰਨੀ ਚੰਗੀ ਕੁੜੀ ਹੈ, ਵਰਤ ਰੱਖਦੀ ਹੈ, ਪੂਜਾ ਪਾਠ ਕਰਦੀ ਹੈ, ਫਿਰ ਅਜਿਹਾ ਕਿਉਂ ਕਰੇਗੀ? ਪਰ ਮੇਰੀਆਂ ਅੱਖਾਂ ਨੇ ਜੋ ਦੇਖਿਆ ਉਹ ਵੀ ਝੂਠ ਨਹੀਂ ਸੀ। ਮੈਂ ਖੁਦ ਦੇਖਿਆ ਕਿ ਇੱਕ ਲੜਕਾ 30 ਮਿੰਟ ਤੱਕ ਘਰ ਦੇ ਅੰਦਰ ਰਹਿੰਦਾ ਹੈ ਅਤੇ ਫਿਰ ਬਾਹਰ ਜਾਂਦਾ ਹੈ। ਫਿਰ ਉਸ ਗੁਆਂਢਣ ਦਾ ਘਰ ਆ ਕੇ ਉਸ ਨੂੰ ਤਾਨੇ ਮਾਰਨਾ। ਮੇਰੇ ਦਿਮਾਗ ਵਿੱਚ ਇੱਕ ਤੂਫਾਨ ਚੱਲ ਰਿਹਾ ਸੀ। ਮੇਰਾ ਸਿਰ ਭਾਰਾ ਹੋ ਰਿਹਾ ਸੀ। ਇਹ ਇਸ ਤਰ੍ਹਾਂ ਸੀ ਜਿਵੇਂ ਮੇਰਾ ਦਿਮਾਗ ਫਟ ਜਾਵੇਗਾ। ਜਿਵੇਂ ਹੀ ਮੇਰੀ ਪਤਨੀ ਨੇ ਪੂਜਾ ਸਮਾਪਤ ਕੀਤੀ, ਮੈਂ ਆਪਣੀਆਂ ਅੱਖਾਂ ਬੰਦ ਕਰ ਲਈਆਂ ਅਤੇ ਸੌਣ ਦਾ ਬਹਾਨਾ ਕਰਨ ਲੱਗਾ। ਮੇਰੇ ਕੋਲ ਆ ਕੇ ਉਸਨੇ ਮੈਨੂੰ ਬੁਲਾਇਆ ਕਿ ਸੁਣੋ, ਨਾਸ਼ਤਾ ਕਰ ਲਓ, ਤੁਸੀਂ ਕੰਮ ਤੇ ਨਹੀਂ ਜਾਣਾ? ਕੀ ਤੁਹਾਨੂੰ ਦੇਰ ਨਹੀਂ ਹੋ ਰਹੀ? ਉਸ ਦੀਆਂ ਗੱਲਾਂ ਸੁਣ ਕੇ ਵੀ ਮੈਂ ਆਪਣੀ ਪਤਨੀ ਦੀ ਆਵਾਜ਼ ਨੂੰ ਨਜ਼ਰ ਅੰਦਾਜ਼ ਕਰਕੇ ਅੱਖਾਂ ਬੰਦ ਕਰਕੇ ਲੇਟ ਗਿਆ। 2-3 ਵਾਰ ਉਠਾਉਣ ਦੇ ਬਾਵਜੂਦ ਵੀ ਜਦ ਮੈਂ ਨਹੀਂ ਉੱਠਿਆ ਤਾਂ ਉਹ ਮੇਰੇ ਕੋਲ ਆਈ ਅਤੇ ਉਸਨੇ ਹੌਲੀ-ਹੌਲੀ ਮੇਰਾ ਹੱਥ ਹਿਲਾ ਕੇ ਫਿਰ ਮੇਰਾ ਹੱਥ ਫੜ ਲਿਆ ਅਤੇ ਉਠਾਉਣ ਲੱਗ ਪਈ ਅਤੇ ਮੈਂ ਵੀ ਉੱਠ ਕੇ ਬੈਠ ਗਿਆ ਤਾਂ ਅਚਾਨਕ ਮੇਰਾ ਮੋਬਾਈਲ ਵੱਜਣ ਲੱਗਾ। ਮੋਬਾਈਲ ਚਾਰਜਿੰਗ ਤੇ ਸੀ, ਇਸ ਲਈ ਪਤਨੀ ਜਲਦੀ ਨਾਲ ਅੰਦਰ ਗਈ ਅਤੇ ਚਾਰਜਿੰਗ ਤੋਂ ਮੋਬਾਈਲ ਬਾਹਰ ਲੈ ਆਈ। ਮੈਂ ਮੋਬਾਈਲ ਦੀ ਸਕਰੀਨ ਤੇ ਨੰਬਰ ਦੇਖਿਆ। ਇਹ ਮੇਰੇ ਮਾਤਾ-ਪਿਤਾ ਦਾ ਸੀ। ਪਾਪਾ ਨਾਲ 20-25 ਮਿੰਟ ਗੱਲ ਕੀਤੀ। ਉਹ ਘਰ ਦਾ ਹਾਲ ਚਾਲ ਪੁੱਛ ਰਹੇ ਸਨ। ਉਹਨਾਂ ਨੂੰ ਇੱਥੇ ਕੁਝ ਦਿਨ ਹੋਰ ਲੱਗ ਸਕਦੇ ਹਨ ਕਿਉਂਕਿ ਮੇਰੀ ਦਾਦੀ ਦੀ ਸਿਹਤ ਵਿੱਚ ਹੁਣੇ-ਹੁਣੇ ਸੁਧਾਰ ਹੋਇਆ ਸੀ। ਫੋਨ ਕੱਟਦੇ ਹੀ ਮੇਰੀ ਪਤਨੀ ਮੇਰੇ ਸਾਹਮਣੇ ਨਾਸ਼ਤਾ ਲੈ ਕੇ ਆਈ ਅਤੇ ਕਹਿਣ ਲੱਗੀ, ਜਲਦੀ ਨਾਸ਼ਤਾ ਕਰੋ ਅਤੇ ਕੰਮ ਤੇ ਜਾਓ। ਮੈਨੂੰ ਇੱਕ ਗੱਲ ਸਮਝ ਨਹੀਂ ਆ ਰਹੀ ਸੀ ਕਿ ਮੇਰੀ ਪਤਨੀ ਅਜਿਹੀਆਂ ਗੱਲਾਂ ਕਿਉਂ ਕਰ ਰਹੀ ਸੀ। ਮੈਂ ਉੱਠ ਕੇ ਬਾਥਰੂਮ ਚਲਾ ਗਿਆ ਅਤੇ ਫਿਰ ਹੱਥ ਮੂੰਹ ਧੋ ਕੇ ਮੰਜੇ ਤੇ ਬੈਠ ਕੇ ਪਤਨੀ ਨੂੰ ਕਹਿਣ ਲੱਗਾ ਕਿ ਮੈਂ ਅੱਜ ਕੰਮ ਤੇ ਨਹੀਂ ਜਾਵਾਂਗਾ। ਅੱਜ ਮੇਰੀ ਛੁੱਟੀ ਹੈ। ਬਸ ਇੰਨਾ ਕਹਿਣ ਦੀ ਦੇਰ ਸੀ ਕਿ ਮੇਰੀ ਪਤਨੀ ਦਾ ਚਿਹਰਾ ਫਿੱਕਾ ਪੈ ਗਿਆ।
ਅਤੇ ਮੇਰੀ ਪਤਨੀ ਇਹ ਸੁਣ ਕੇ ਪਰੇਸ਼ਾਨ ਹੋ ਗਈ ਅਤੇ ਕਹਿਣ ਲੱਗੀ, ਤੁਸੀਂ ਕੰਮ ਤੇ ਕਿਉਂ ਨਹੀਂ ਜਾਂਦੇ? ਤਾਂ ਮੈਂ ਕਿਹਾ ਕਿ ਅੱਜ ਅਸੀਂ ਬਾਜ਼ਾਰ ਜਾ ਕੇ ਕੁਝ ਚੀਜ਼ਾਂ ਖਰੀਦਦੇ ਹਾਂ। ਦੀਵਾਲੀ ਵੀ ਆਉਣ ਵਾਲੀ ਹੈ ਤਾਂ ਮੈਂ ਸੋਚਿਆ ਕਿ ਮੈਂ ਕੁਝ ਖਰੀਦਣ ਦਾ ਬਹਾਨਾ ਬਣਾ ਕੇ ਕਿਸੇ ਨਾ ਕਿਸੇ ਤਰੀਕੇ ਘਰ ਵਿੱਚ ਰਹਿ ਕੇ ਆਪਣੀ ਪਤਨੀ ਦੇ ਨਜ਼ਰ ਰੱਖ ਸਕਦਾ ਹਾਂ। ਅਤੇ ਵੈਸੇ ਵੀ ਮੈਂ ਸੁਣਿਆ ਸੀ ਕਿ ਸ਼ਾਪਿੰਗ ਦਾ ਨਾਂ ਕਿਸੇ ਵੀ ਔਰਤ ਕੋਲ ਲਿਆ ਜਾਵੇ ਤਾਂ ਉਸ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹਿੰਦੀ। ਪਰ ਮੇਰੀ ਪਤਨੀ ਸਭ ਤੋਂ ਵੱਖਰੀ ਸੀ। ਉਹ ਮੈਨੂੰ ਦੱਸਣ ਲੱਗੀ ਕਿ ਦੀਵਾਲੀ 'ਚ ਹਜੇ ਕਈ ਦਿਨ ਬਾਕੀ ਹਨ, ਤੁਸੀਂ ਕੰਮ ਤੇ ਜਾਓ। ਜੇਕਰ ਅਸੀਂ ਗਰੀਬ ਲੋਕ ਇੱਕ ਦਿਨ ਵੀ ਨਹੀਂ ਕਮਾਉਂਦੇ ਤਾਂ ਅਸੀਂ ਖਾਵਾਂਗੇ ਕਿੱਥੋਂ? ਕਿਸੇ ਤਰ੍ਹਾਂ ਉਸਨੇ ਮੈਨੂੰ ਕੰਮ ਤੇ ਜਾਣ ਲਈ ਮਜਬੂਰ ਕੀਤਾ। ਹੁਣ ਮੇਰਾ ਸ਼ੱਕ ਵਿਸ਼ਵਾਸ ਵਿੱਚ ਬਦਲ ਗਿਆ ਸੀ ਅਤੇ ਜਦੋਂ ਮੈਂ ਕੰਮ ਤੇ ਜਾਣ ਲਈ ਤਿਆਰ ਹੋਇਆ ਤਾਂ ਦੇਖਿਆ ਕਿ ਪਤਨੀ ਦੇ ਚਿਹਰੇ ਦੀ ਸਮੱਸਿਆ ਵੀ ਖਤਮ ਹੋ ਗਈ ਸੀ ਅਤੇ ਉਹ ਆਮ ਵਾਂਗ ਹੋ ਗਈ ਸੀ। ਜਦੋਂ ਮੈਂ ਘਰੋਂ ਨਿਕਲ ਲੱਗਾ ਤਾਂ ਪਿੱਛੇ ਮੁੜ ਕੇ ਦੇਖਿਆ ਤਾਂ ਮੇਰੀ ਪਤਨੀ ਉੱਥੇ ਹੀ ਖੜੀ ਸੀ। ਉਹ ਉਸੇ ਕਾਗਜ਼ ਨੂੰ ਆਪਣੇ ਹੱਥ ਵਿੱਚ ਲੈ ਕੇ ਉਸ ਨੂੰ ਚੁੰਮ ਰਹੀ ਸੀ। ਉਹ ਨਹੀਂ ਜਾਣਦੀ ਕਿ ਮੈਂ ਇਹ ਸਭ ਦੇਖ ਰਿਹਾ ਹਾਂ। ਅੱਜ ਮੈਂ ਆਪਣੇ ਮਨ ਵਿੱਚ ਸੋਚਿਆ ਕਿ ਮੈਂ ਕੰਮ ਤੋਂ ਵਾਪਸ ਆ ਕੇ ਮੈਂ ਆਪਣੀ ਪਤਨੀ ਨੂੰ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਪੁੱਛਾਂਗਾ ਜੋ ਪਿਛਲੇ ਕਈ ਦਿਨਾਂ ਤੋਂ ਮੇਰੇ ਦਿਮਾਗ ਵਿੱਚ ਸਨ। ਹੁਣ ਮੈਂ ਉਸੇ ਗਲੀ ਵਿੱਚ ਜਾ ਰਿਹਾ ਸੀ। ਇੱਕ ਨੌਜਵਾਨ ਮੁੰਡਾ ਉੱਚੀ ਆਵਾਜ਼ ਵਿੱਚ ਕਹਿ ਰਿਹਾ ਸੀ, ਯਾਰ ਕੱਲ ਵੀ ਮੈਂ ਲੇਟ ਆਇਆ ਸੀ ਅਤੇ ਲਾਈਨ ਵਿੱਚ ਮੇਰਾ ਨਾਂ ਸਭ ਤੋਂ ਪਿੱਛੇ ਸੀ। ਕੱਲ ਮੇਰਾ ਨੰਬਰ ਨਹੀਂ ਲੱਗਿਆ। ਅੱਜ ਮੈਂ ਜਲਦੀ ਪਹੁੰਚਦਾ ਹਾਂ ਕਿ ਪਹਿਲਾ ਨੰਬਰ ਮੇਰਾ ਲੱਗ ਜਾਵੇ ਅਤੇ ਵੈਸੇ ਵੀ ਅੰਦਰ 30 ਮਿੰਟ ਦਾ ਕੰਮ ਹੈ, ਸਭ ਤੋਂ ਪਹਿਲਾਂ ਮੈਂ ਕਰਾਂਗਾ। ਉਹ ਮੁੰਡਾ ਫੋਨ ਤੇ ਗੱਲਾਂ ਕਰਦਾ ਹੋਇਆ ਮੇਰੇ ਸਾਹਮਣੇ ਤੋਂ ਲੰਘਿਆ ਅਤੇ ਮੇਰੇ ਘਰ ਦੇ ਦਰਵਾਜ਼ੇ ਅੱਗੇ ਜਾ ਕੇ ਖੜਾ ਹੋ ਗਿਆ। ਉਸ ਦੀਆਂ ਗੱਲਾਂ ਸੁਣ ਕੇ ਮੈਂ ਹੈਰਾਨ ਹੋ ਗਿਆ। ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਨਹੀਂ ਸੋਚਿਆ ਸੀ ਕਿ ਮੇਰੀ ਪਤਨੀ ਮੈਨੂੰ ਕੰਮ ਤੇ ਭੇਜ ਕੇ ਦੂਜੇ ਮਰਦਾਂ ਨਾਲ ਅਜਿਹਾ ਗੰਦਾ ਕੰਮ ਕਰੇਗੀ। ਮੈਂ ਮੁੜ ਆਪਣੀ ਪਤਨੀ ਕੋਲ ਜਾਣਾ ਚਾਹੁੰਦਾ ਸੀ ਅਤੇ ਉਸ ਤੇ ਗੁੱਸਾ ਵੀ ਆ ਰਿਹਾ ਸੀ। ਮੇਰਾ ਜੀ ਕਰਦਾ ਸੀ ਕਿ ਹੁਣੇ ਮੈਂ ਆਪਣੀ ਪਤਨੀ ਨੂੰ ਘਰੋਂ ਬਾਹਰ ਕੱਢ ਦੇਵਾਂ, ਪਰ ਮੈਂ ਉਸ ਨੂੰ ਰੰਗੇ ਹੱਥੀਂ ਫੜਨਾ ਚਾਹੁੰਦਾ ਸੀ। ਇਸੇ ਲਈ ਮੈਂ ਪਿੱਛੇ ਮੁੜ ਕੇ ਘਰ ਦੇ ਸਾਹਮਣੇ ਵਾਲੀ ਦੁਕਾਨ ਤੇ ਬੈਠ ਗਿਆ। ਦੁਕਾਨਦਾਰ ਮੇਰਾ ਬਚਪਨ ਦਾ ਦੋਸਤ ਸੀ, ਇਸ ਲਈ ਮੈਂ ਉਸ ਨੂੰ ਸਾਰੀ ਗੱਲ ਦੱਸੀ ਅਤੇ ਉਸਨੇ ਵੀ ਮੇਰਾ ਸਾਥ ਦਿੱਤਾ। ਜਲਦੀ ਹੀ ਘਰ ਦੇ ਬਾਹਰ ਮੁੰਡਿਆਂ ਦੀ ਲਾਈਨ ਲੱਗ ਗਈ। ਸਾਰੇ ਇੱਕ ਇੱਕ ਕਰਕੇ ਅੰਦਰ ਜਾਣ ਲੱਗੇ। ਜਦੋਂ ਕੋਈ ਮੁੰਡਾ ਅੰਦਰ ਜਾਂਦਾ ਤਾਂ ਉਹ 30 ਮਿੰਟ ਬਾਅਦ ਆਪਣੀ ਕਮੀਜ਼ ਦੇ ਖੁੱਲ੍ਹੇ ਬਟਨਾਂ ਨਾਲ ਅਤੇ ਪਸੀਨੇ ਵਿੱਚ ਭਿੱਜ ਕੇ ਬਾਹਰ ਆ ਜਾਂਦਾ ਅਤੇ ਉਸਦੇ ਚਿਹਰੇ ਤੇ ਖੁਸ਼ੀ ਦੀ ਲਹਿਰ ਹੁੰਦੀ। ਇਹ ਸਭ ਦੇਖ ਕੇ ਮੈਂ ਗੁੱਸੇ ਨਾਲ ਲਾਲ ਹੋ ਰਿਹਾ ਸੀ। ਦੁਕਾਨਦਾਰ ਦੋਸਤ ਨੇ ਵੀ ਮੈਨੂੰ ਕਿਹਾ ਕਿ ਬਾਈ, ਆਪਣੀ ਪਤਨੀ ਨੂੰ ਤਲਾਕ ਦੇ ਕੇ ਆਜ਼ਾਦ ਕਰ ਦਿਓ। ਫਿਰ ਅਜਿਹੀ ਪਤਨੀ ਨਾਲੋਂ ਤਾਂ ਚੰਗਾ ਹੈ ਬੰਦਾ ਵਿਆਹ ਕਰੇ ਹੀ ਨਾ। ਜੇਕਰ ਪਤਨੀ ਆਪਣੇ ਪਤੀ ਦੀ ਪਿੱਠ ਪਿੱਛੇ ਇਹ ਸਭ ਕੁਝ ਕਰਦੀ ਹੈ। ਮੈਂ ਪਹਿਲਾਂ ਹੀ ਗੁੱਸੇ ਨਾਲ ਸੜ ਰਿਹਾ ਸੀ। ਉੱਪਰੋਂ ਦੁਕਾਨਦਾਰ ਦੀਆਂ ਗੱਲਾਂ ਨੇ ਮੈਨੂੰ ਹੋਰ ਗੁੱਸਾ ਕਰ ਦਿੱਤਾ। ਪਰ ਅੱਜ ਐਤਵਾਰ ਹੋਣ ਕਾਰਨ ਕੋਰਟ ਬੰਦ ਸੀ। ਮੈਂ ਸਾਰਾ ਦਿਨ ਦੁਕਾਨ ਤੇ ਬੈਠਾ ਰਿਹਾ ਅਤੇ ਸ਼ਾਮ ਨੂੰ ਘਰ ਚਲਾ ਗਿਆ। ਮੈਂ ਆਪਣੇ ਦੁਕਾਨ ਵਾਲੇ ਦੋਸਤ ਨਾਲ ਖਾਣਾ ਖਾ ਲਿਆ। ਇਸ ਲਈ ਮੈਂ ਨਾ ਤਾਂ ਰਾਤ ਦਾ ਖਾਣਾ ਖਾਧਾ ਅਤੇ ਨਾ ਹੀ ਮੈਂ ਆਪਣੀ ਪਤਨੀ ਨੂੰ ਦੱਸਿਆ ਕਿ ਮੈਨੂੰ ਸਭ ਕੁਝ ਪਤਾ ਲੱਗ ਗਿਆ ਹੈ। ਮੈਂ ਆਪਣੀ ਪਤਨੀ ਨੂੰ ਕਿਹਾ ਕਿ ਅੱਜ ਮੈਂ ਬਾਹਰੋਂ ਖਾਣਾ ਖਾ ਕੇ ਆਇਆ ਹਾਂ, ਤੁਸੀਂ ਖਾ ਲਓ ਅਤੇ ਮੈਂ ਅੱਜ ਬਹੁਤ ਥੱਕ ਗਿਆ ਹਾਂ, ਇਸ ਲਈ ਮੈਂ ਸੌਣ ਜਾ ਰਿਹਾ ਹਾਂ। ਜਦੋਂ ਸਵੇਰ ਹੋਈ ਤਾਂ ਮੈਂ ਨਾਸ਼ਤਾ ਕੀਤੇ ਬਿਨਾਂ ਕੰਮ ਤੇ ਜਾਣ ਦਾ ਕਹਿ ਕੇ ਘਰੋਂ ਨਿਕਲ ਆਇਆ, ਪਰ ਮੈਂ ਕੰਮ ਤੇ ਨਹੀਂ ਗਿਆ ਅਤੇ ਤਲਾਕ ਦੇ ਕਾਗਜ਼ ਤਿਆਰ ਕਰਵਾਉਣ ਲਈ ਵਕੀਲ ਕੋਲ ਚਲਾ ਗਿਆ। ਵਕੀਲ ਕੋਲ ਕਾਫੀ ਭੀੜ ਸੀ। ਉੱਥੇ ਬੈਠਿਆਂ ਸ਼ਾਮ ਹੋ ਗਈ, ਪਰ ਮੇਰਾ ਕੰਮ ਹੋ ਗਿਆ। ਮੈਂ ਉਹ ਕਾਗਜ਼ ਜੇਬ ਵਿੱਚ ਪਾ ਲਿਆ ਅਤੇ ਘਰ ਆ ਗਿਆ। ਘਰ ਵਾਲੀ ਮੇਰੇ ਲਈ ਖਾਣਾ ਲੈ ਕੇ ਆਈ ਅਤੇ ਬੈਠਦਿਆਂ ਹੀ ਪੁੱਛਣ ਲੱਗੀ ਕਿ ਅੱਜ ਕੱਲ੍ਹ ਤੁਸੀਂ ਬਹੁਤ ਚੁੱਪਚਾਪ ਰਹਿੰਦੇ ਹੋ, ਸਭ ਕੁਝ ਠੀਕ ਠਾਕ ਹੈ? ਆਉਂਦਿਆਂ ਹੀ ਤੁਸੀਂ ਸੋ ਜਾਂਦੇ ਹੋ। ਮੈਂ ਸੋਚਣ ਲੱਗਾ ਕਿ ਮੇਰੀ ਪਤਨੀ ਨੂੰ ਕੋਈ ਸ਼ਰਮ ਨਹੀਂ ਹੈ। ਉਹ ਮੇਰੇ ਸਾਹਮਣੇ ਆਪਣੇ ਆਪ ਨੂੰ ਇੰਨੀ ਮਾਸੂਮ ਦਰਸਾਉਂਦੀ ਹੈ ਅਤੇ ਦਿਖਾਉਂਦੀ ਹੈ ਜਿਵੇਂ ਉਹ ਮੇਰੀ ਬਹੁਤ ਚਿੰਤਾ ਕਰਦੀ ਹੈ। ਪਤਨੀ ਨੂੰ ਜਵਾਬ ਦਿੰਦਿਆਂ ਮੈਂ ਸਿਰਫ ਇੰਨਾ ਹੀ ਕਿਹਾ ਕਿ ਅੱਜ ਕੱਲ੍ਹ ਬਹੁਤ ਕੰਮ ਹੈ, ਇਸੇ ਕਰਕੇ ਮੈਂ ਥੱਕ ਜਾਂਦਾ ਹਾਂ ਅਤੇ ਜਲਦੀ ਸੋ ਜਾਂਦਾ ਹਾਂ। ਕੁਝ ਦੇਰ ਬਾਅਦ ਪਤਨੀ ਸੋ ਗਈ ਅਤੇ ਮੈਂ ਅਸਮਾਨ ਵਿੱਚ ਚਮਕਦੇ ਤਾਰਿਆਂ ਨੂੰ ਦੇਖਦਾ ਰਿਹਾ।
ਮੈਨੂੰ ਆਪਣੇ ਵਿਆਹ ਦੇ ਉਹ ਦਿਨ ਯਾਦ ਆ ਰਹੇ ਸਨ ਜਦੋਂ ਮੇਰੀ ਪਤਨੀ ਪਹਿਲੀ ਵਾਰ ਦੁਲਹਨ ਬਣ ਕੇ ਮੇਰੇ ਘਰ ਆਈ ਸੀ। ਮੇਰੀਆਂ ਤਾਂ ਬਹੁਤ ਸਾਰੀਆਂ ਇੱਛਾਵਾਂ ਸਨ ਕਿ ਹੁਣ ਮੈਂ ਆਪਣੀ ਪਤਨੀ ਨਾਲ ਜ਼ਿੰਦਗੀ ਸ਼ਾਂਤੀ ਨਾਲ ਜਿਊਵਾਂ, ਪਰ ਸ਼ਾਇਦ ਮੇਰੀ ਕਿਸਮਤ ਵਿੱਚ ਇਹ ਸੀ। ਮੈਂ ਆਪਣੀ ਜੇਬ ਵਿੱਚੋਂ ਤਲਾਕ ਵਾਲਾ ਪੇਪਰ ਕੱਢ ਕੇ ਦੇਖਣ ਲੱਗਾ। ਕਦੇ ਮੈਂ ਤਲਾਕ ਦੇ ਕਾਗਜ਼ਾਂ ਨੂੰ ਦੇਖਦਾ ਅਤੇ ਕਦੇ ਮੈਂ ਆਪਣੀ ਪਤਨੀ ਦਾ ਚਿਹਰਾ ਦੇਖਦਾ। ਉਹ ਬਹੁਤ ਸੋਹਣੀ ਲੱਗ ਰਹੀ ਸੀ। ਇੱਕ ਵਾਰ ਤਾਂ ਮੇਰਾ ਜੀ ਕੀਤਾ ਮੈਂ ਤਲਾਕ ਦੇ ਕਾਗਜ਼ ਪਾੜ ਦਿਆਂ ਅਤੇ ਸਭ ਕੁਝ, ਪਰ ਇੱਕ ਇੱਜ਼ਤਦਾਰ ਆਦਮੀ ਇਹ ਬਰਦਾਸ਼ਤ ਨਹੀਂ ਕਰ ਸਕਦਾ ਉਸਦੀ ਪਤਨੀ ਦੇ ਦੂਜੇ ਲੜਕਿਆਂ ਨਾਲ ਸੰਬੰਧ ਹੋਣ। ਮੈਂ ਮੰਜੇ ਤੋਂ ਉੱਠ ਕੇ ਕਮਰੇ ਦੇ ਅੰਦਰ ਅਲਮਾਰੀ ਵੱਲ ਚਲਾ ਗਿਆ ਅਤੇ ਅਲਮਾਰੀ ਵਿੱਚੋਂ ਉਹ ਕਾਗਜ਼ ਕੱਢ ਲਿਆ ਜੋ ਮੇਰੀ ਪਤਨੀ ਪਹਿਲੀ ਰਾਤ ਆਪਣੇ ਨਾਲ ਲੈ ਕੇ ਆਈ ਸੀ ਅਤੇ ਜੋ ਉਹ ਹਰ ਸਮੇਂ ਆਪਣੀਆਂ ਅੱਖਾਂ ਸਾਹਮਣੇ ਰੱਖਦੀ ਸੀ। ਮੈਂ ਕਾਗਜ਼ ਚੁੱਕ ਕੇ ਅਲਮੀਰਾ ਬੰਦ ਕਰਨ ਲੱਗਾ ਤਾਂ ਮੈਂ ਇੱਕ ਹੋਰ ਫਾਈਲ ਅਲਮੀਰਾ ਵਿੱਚ ਪਈ ਦੇਖੀ। ਉਸ ਫਾਈਲ ਨੂੰ ਦੇਖ ਕੇ ਮੈਂ ਸੋਚਿਆ ਕਿ ਅੱਜ ਤੋਂ ਪਹਿਲਾਂ ਤਾਂ ਇਹ ਫਾਈਲ ਮੈਂ ਇੱਥੇ ਕਦੇ ਨਹੀਂ ਦੇਖੀ। ਫਾਈਲ ਚੁੱਕਣ ਤੋਂ ਪਹਿਲਾਂ ਮੈਂ ਬਾਹਰ ਆ ਕੇ ਆਪਣੀ ਪਤਨੀ ਵੱਲ ਦੇਖਿਆ। ਉਹ ਉੱਠ ਤਾਂ ਨਹੀਂ ਗਈ, ਪਰ ਉਹ ਸੁੱਤੀ ਪਈ ਸੀ। ਮੈਂ ਵਾਪਸ ਕਮਰੇ ਵਿੱਚ ਗਿਆ ਅਤੇ ਕਮਰੇ ਵਿੱਚੋਂ ਉਹ ਫਾਈਲ ਕੱਢ ਕੇ ਤਲਾਕ ਦੇ ਕਾਗਜ਼ ਉਸ ਦੇ ਉੱਪਰ ਰੱਖ ਦਿੱਤੇ। ਮੈਂ ਆਪਣੇ ਮਨ ਵਿੱਚ ਸੋਚਿਆ ਕਿ ਇੱਕ ਵਾਰ ਇਸ ਫਾਈਲ ਨੂੰ ਖੋਲ੍ਹ ਕੇ ਦੇਖ ਲਵਾਂ ਕਿ ਇਸ ਫਾਈਲ ਵਿੱਚ ਕੀ ਹੈ। ਜਦੋਂ ਮੈਂ ਫਾਈਲ ਖੋਲ੍ਹੀ ਤਾਂ ਮੇਰੀਆਂ ਅੱਖਾਂ ਖੁੱਲ੍ਹੀਆਂ ਹੀ ਰਹਿ ਗਈਆਂ। ਮੈਂ ਵਿਸ਼ਵਾਸ ਨਹੀਂ ਕਰ ਸਕਦਾ ਸੀ ਕਿ ਮੈਂ ਕੀ ਦੇਖ ਰਿਹਾ ਹਾਂ। ਇਹ ਸਭ ਸੱਚ ਹੈ ਜਾਂ ਝੂਠ? ਮੇਰੀ ਪਤਨੀ ਅਜਿਹਾ ਕੰਮ ਕਰ ਸਕਦੀ ਹੈ? ਮੇਰੇ ਦਿਮਾਗ ਵਿੱਚ ਵੀ ਨਹੀਂ ਸੀ। ਜਦੋਂ ਮੈਂ ਉਹ ਫਾਈਲ ਪੜ੍ਹ ਰਿਹਾ ਸੀ ਤਾਂ ਮੇਰੇ ਹੋਸ਼ ਉੱਡ ਗਏ। ਇਹ ਮੇਰੀ ਪਤਨੀ ਦੀ ਸੱਚਾਈ ਸੀ। ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਨਹੀਂ ਸੋਚਿਆ ਸੀ। ਉਸ ਫਾਈਲ ਤੇ ਐਡਰੈਸ ਲਿਖਿਆ ਹੋਇਆ ਸੀ। ਮੈਂ ਉਹ ਪਤਾ ਨੋਟ ਕਰ ਲਿਆ ਅਤੇ ਫਾਈਲ ਉਸੇ ਅਲਮਾਰੀ ਵਿੱਚ ਰੱਖ ਦਿੱਤੀ ਤਾਂ ਕਿ ਪਤਨੀ ਨੂੰ ਸ਼ੱਕ ਨਾ ਹੋਵੇ। ਮੇਰੀ ਪਤਨੀ ਦਾ ਨਵਾਂ ਸੱਚ ਮੇਰੇ ਸਾਹਮਣੇ ਆ ਗਿਆ। ਇਹ ਪਹਿਲਾਂ ਨਾਲੋਂ ਵੀ ਜ਼ਿਆਦਾ ਖਤਰਨਾਕ ਸੀ। ਹੁਣ ਮੈਂ ਸਵੇਰ ਦੀ ਉਡੀਕ ਕਰ ਰਿਹਾ ਸੀ। ਜਦੋਂ ਸੂਰਜ ਦੀ ਪਹਿਲੀ ਕਿਰਨ ਨਿਕਲੇ ਤਾਂ ਮੈਂ ਇਸ ਰਾਜ ਦਾ ਪਤਾ ਲਗਾ ਸਕਾਂ। ਮੈਂ ਉਹ ਤਲਾਕ ਦੇ ਕਾਗਜ਼ ਵੀ ਆਪਣੀ ਜੇਬ ਵਿੱਚ ਪਾ ਲਏ ਕਿਉਂਕਿ ਪਹਿਲਾਂ ਮੈਂ ਇਸ ਅਸਲੀਅਤ ਤੱਕ ਪਹੁੰਚਣਾ ਸੀ। ਮੈਂ ਪਿਛਲੇ ਕਈ ਦਿਨਾਂ ਤੋਂ ਕੰਮ ਤੇ ਨਹੀਂ ਜਾ ਰਿਹਾ ਸੀ, ਪਰ ਮੇਰੀ ਪਤਨੀ ਨੂੰ ਇਸ ਗੱਲ ਦਾ ਬਿਲਕੁਲ ਵੀ ਪਤਾ ਨਹੀਂ ਸੀ। ਮੈਂ ਸਾਰੀ ਰਾਤ ਉਸ ਰਾਜ ਬਾਰੇ ਸੋਚਦਾ ਫਿਰਦਾ ਰਿਹਾ ਅਤੇ ਜਦੋਂ ਸਵੇਰ ਹੋਈ ਤਾਂ ਮੇਰੇ ਕੰਨਾਂ ਵਿੱਚ ਪੰਛੀਆਂ ਦੀ ਆਵਾਜ਼ ਪਈ। ਇਸ ਤੋਂ ਪਹਿਲਾਂ ਕਿ ਮੇਰੀ ਪਤਨੀ ਉੱਠੇ ਮੈਂ ਹੱਥ ਮੂੰਹ ਧੋ ਕੇ ਘਰੋਂ ਨਿਕਲ ਗਿਆ। ਜਦੋਂ ਮੈਂ ਰਿਕਸ਼ਾ ਚਾਲਕ ਨੂੰ ਪਤਾ ਦਿਖਾਇਆ ਤਾਂ ਉਹ ਸਮਝ ਨਾ ਸਕੇ। ਫਿਰ ਇੱਕ ਬਜ਼ੁਰਗ ਰਿਕਸ਼ੇ ਤੋਂ ਉਤਰਿਆ ਤਾਂ ਮੈਂ ਉਸ ਨੂੰ ਪੁੱਛਿਆ, ਜਿਸ ਨੂੰ ਦੇਖ ਕੇ ਉਹ ਕਹਿਣ ਲੱਗਾ, ਮੈਂ ਜਾਣਦਾ ਹਾਂ ਪੁੱਤਰ, ਇਹ ਕਿੱਥੇ ਹੈ ਅਤੇ ਮੈਂ ਹੁਣੇ ਇਸ ਪਤੇ ਕੋਲੋਂ ਲੰਘ ਕੇ ਆਇਆ ਹਾਂ। ਮੇਰਾ ਬੇਟਾ ਇਸ ਜਗ੍ਹਾ ਤੇ ਕੰਮ ਕਰਦਾ ਹੈ। ਉਸ ਬਜ਼ੁਰਗ ਨੇ ਮੈਨੂੰ ਉੱਥੇ ਪਹੁੰਚਣ ਦਾ ਰਾਸਤਾ ਦੱਸਿਆ ਅਤੇ ਮੈਂ ਪੁੱਛ ਕੇ ਉੱਥੇ ਪਹੁੰਚ ਗਿਆ। ਮੇਰੇ ਸਾਹਮਣੇ ਕੋਈ ਘਰ ਨਹੀਂ ਸੀ, ਸਗੋਂ ਇੱਕ ਬਹੁਤ ਵੱਡਾ ਕਾਰਖਾਨਾ ਸੀ। ਮੈਂ ਇਸ ਨੂੰ ਦੇਖ ਕੇ ਬਹੁਤ ਹੈਰਾਨ ਹੋਇਆ ਅਤੇ ਉਸ ਉੱਤੇ ਮੇਰੀ ਪਤਨੀ ਦਾ ਨਾਮ ਲਿਖਿਆ ਹੋਇਆ ਸੀ। ਫਿਰ ਮੈਂ ਸੋਚਿਆ ਕਿ ਮੇਰੀ ਪਤਨੀ ਦੇ ਨਾਂ ਦੀਆਂ ਹਜ਼ਾਰਾਂ ਹੋਣਗੀਆਂ, ਪਰ ਉਸ ਨਾਂ ਦੇ ਨਾਲ ਮੇਰੀ ਪਤਨੀ ਦੀ ਤਸਵੀਰ ਵੀ ਲੱਗੀ ਹੋਈ ਸੀ। ਮੈਂ ਅੰਦਰ ਚਲਾ ਗਿਆ। ਸਾਹਮਣੇ ਦਫ਼ਤਰ ਸੀ। ਮੈਂ ਸੋਚਿਆ ਮੈਂ ਅੰਦਰ ਜਾ ਕੇ ਪਤਾ ਕਰਾਂ। ਜਿਵੇਂ ਹੀ ਅੰਦਰ ਕਦਮ ਰੱਖਿਆ ਤਾਂ ਕਮਰੇ ਦੀਆਂ ਕੰਧਾਂ ਦੇਖ ਕੇ ਹੈਰਾਨ ਰਹਿ ਗਿਆ। ਹਰ ਕੰਧ ਤੇ ਮੇਰੀ ਪਤਨੀ ਦੀ ਤਸਵੀਰ ਸੀ। ਇਸ ਕਮਰੇ ਵਿੱਚ ਇੱਕ ਵੱਡੀ ਕੁਰਸੀ ਸੀ ਜੋ ਕਿ ਖਾਲੀ ਸੀ, ਪਰ ਉਸ ਦੇ ਨਾਲ ਵਾਲੀ ਕੁਰਸੀ ਉੱਤੇ ਇੱਕ ਕੁੜੀ ਬੈਠੀ ਸੀ ਜੋ ਮੈਨੂੰ ਦੇਖ ਕੇ ਹੈਰਾਨ ਰਹਿ ਗਈ ਅਤੇ ਮੈਨੂੰ ਸਵਾਲ ਪੁੱਛਣ ਲੱਗੀ, ਤੁਸੀਂ ਕੌਣ ਹੋ ਅਤੇ ਤੁਸੀਂ ਕਿਸ ਨੂੰ ਮਿਲਣਾ ਚਾਹੁੰਦੇ ਹੋ? ਮੈਂ ਉਸ ਕੁੜੀ ਦੇ ਕੰਧਾਂ ਤੇ ਲੱਗੀਆਂ ਉਹਨਾਂ ਤਸਵੀਰਾਂ ਬਾਰੇ ਪੁੱਛਿਆ ਤਾਂ ਉਹ ਕਹਿਣ ਲੱਗੀ ਕਿ ਇਹ ਸਾਡੀ ਮਾਲਕਣ ਦੀ ਤਸਵੀਰ ਹੈ ਜੋ ਇਸ ਫੈਕਟਰੀ ਦੀ ਮਾਲਕ ਹੈ। ਮੈਨੂੰ ਆਪਣੇ ਕੰਨਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਇਹ ਕੁੜੀ ਜੋ ਕਹਿ ਰਹੀ ਹੈ ਕਿ ਇਹ ਸੱਚ ਹੈ ਅਤੇ ਜੇਕਰ ਇਹ ਸੱਚ ਸੀ ਤਾਂ ਉਸ ਨੇ ਮੇਰੇ ਵਰਗੇ ਮਜ਼ਦੂਰ ਨਾਲ ਵਿਆਹ ਕਿਉਂ ਕੀਤਾ? ਇਹ ਕੀ ਹੋ ਰਿਹਾ ਸੀ ਮੇਰੇ ਨਾਲ? ਜਦੋਂ ਮੈਂ ਸੱਚ ਜਾਣਨ ਦੀ ਕੋਸ਼ਿਸ਼ ਕਰਦਾ ਸੀ ਤਾਂ ਇੱਕ ਨਵਾਂ ਰਾਜ ਮੇਰੇ ਸਾਹਮਣੇ ਆ ਜਾਂਦਾ ਸੀ। ਮੈਂ ਉੱਥੋਂ ਤੁਰੰਤ ਆਪਣੇ ਘਰ ਵਾਪਸ ਆ ਗਿਆ। ਘਰ ਪਹੁੰਚ ਕੇ ਮੈਂ ਆਪਣੀ ਪਤਨੀ ਨੂੰ ਸਾਰੀ ਗੱਲ ਦੱਸੀ ਅਤੇ ਉਸ ਤੋਂ ਸਭ ਬਾਰੇ ਪੁੱਛਿਆ ਤਾਂ ਉਹ ਮੇਰੇ ਵੱਲ ਦੇਖ ਕੇ ਮੁਸਕਰਾਉਣ ਲੱਗੀ। ਮੈਂ ਇੱਕ ਅਮੀਰ ਪਿਤਾ ਦੀ ਇਕਲੌਤੀ ਧੀ ਸੀ। ਮੇਰੇ ਪਿਤਾ ਦੀ ਸਾਰੀ ਦੌਲਤ ਮੇਰੇ ਨਾਮ ਤੇ ਸੀ। ਮੈਂ ਅਮੀਰਾਂ ਦੀ ਜ਼ਿੰਦਗੀ ਤੋਂ ਤੰਗ ਆ ਗਈ ਸੀ। ਮੇਰਾ ਸੁਪਨਾ ਸੀ ਕਿ ਮੈਂ ਕਿਸੇ ਗਰੀਬ ਆਦਮੀ ਨਾਲ ਵਿਆਹ ਕਰਾਂ
ਜੋ ਇੱਜ਼ਤ ਦੇਣ ਜਾਣਦਾ ਹੋਵੇ, ਕਿਉਂਕਿ ਮੇਰੇ ਕੋਲ ਪੈਸੇ ਦੀ ਕਮੀ ਨਹੀਂ ਸੀ। ਇਸੇ ਲਈ ਮੈਂ ਤੇਰੇ ਨਾਲ ਵਿਆਹ ਕੀਤਾ ਅਤੇ ਅੱਜ ਤੱਕ ਤੈਨੂੰ ਇਹ ਰਾਜ਼ ਨਹੀਂ ਦੱਸਿਆ ਕਿ ਮੇਰੀ ਅਸਲੀਅਤ ਕੀ ਹੈ। ਜਿਹੜੀ ਸਾਡੇ ਘਰ ਦੇ ਬਾਹਰ ਮੁੰਡਿਆਂ ਦੀਆਂ ਲਾਈਨ ਲੱਗੀ ਹੁੰਦੀ ਸੀ, ਉਹ ਅਸਲ ਵਿੱਚ ਕੰਮ ਲਈ ਆਉਂਦੇ ਸਨ। ਮੈਂ ਇੱਕ ਇੱਕ ਕਰਕੇ ਉਹਨਾਂ ਦੀ ਇੰਟਰਵਿਊ ਕਰਦੀ ਸੀ ਅਤੇ ਉਹਨਾਂ ਕਾਗਜ਼ਾਂ ਤੇ ਦਸਤਖਤ ਕਰਦੀ ਸੀ। ਉਹ ਸਾਰੇ ਮੁੰਡੇ ਮੇਰੇ ਸੈਕਟਰੀ ਨੂੰ ਪੇਪਰ ਦਿਖਾਉਂਦੇ ਸਨ ਅਤੇ ਉਹ ਉੱਥੇ ਨੌਕਰੀ ਕਰ ਲੈਂਦੇ ਸਨ ਅਤੇ ਜੇ ਮੈਨੂੰ ਉਹ ਘੱਟ ਅਕਲਮੰਦ ਲੱਗਦੇ ਤਾਂ ਮੈਂ ਉਹਨਾਂ ਨੂੰ ਦੁਬਾਰਾ ਤਿਆਰੀ ਕਰਨ ਲਈ ਕਿਹਾ ਕਰਦੀ ਸੀ। ਜੇ ਮੈਂ ਇਹ ਸਭ ਤੁਹਾਡੇ ਸਾਹਮਣੇ ਕੀਤਾ ਹੁੰਦਾ ਤਾਂ ਤੁਸੀਂ ਮੈਨੂੰ ਇਸ ਦਾ ਕਾਰਨ ਪੁੱਛਣਾ ਸੀ। ਇਸੇ ਲਈ ਮੈਂ ਇਹ ਸਭ ਕੁਝ ਲੁਕ ਛਿਪ ਕੇ ਕੀਤਾ। ਪਤਨੀ ਦੀਆਂ ਗੱਲਾਂ ਸੁਣ ਕੇ ਮੈਨੂੰ ਰਾਹਤ ਮਹਿਸੂਸ ਹੋਈ। ਮੇਰੀ ਪਤਨੀ ਇੰਨੀ ਮਾਸੂਮ, ਇੰਨੀ ਦਿਆਲੂ ਸੀ ਅਤੇ ਮੈਂ ਉਸ ਤੇ ਬੇਲੋੜਾ ਸ਼ੱਕ ਕਰਦਾ ਸੀ। ਮੈਂ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਹਾਂ ਕਿ ਉਸ ਰਾਤ ਤਲਾਕ ਦੇ ਕਾਗਜ਼ਾਂ ਤੇ ਜਲਦਬਾਜ਼ੀ 'ਚ ਦਸਤਖਤ ਨਹੀਂ ਕੀਤੇ, ਨਹੀਂ ਤਾਂ ਮੈਂ ਅਜਿਹੀ ਚੰਗੀ ਪਤਨੀ ਨੂੰ ਹਮੇਸ਼ਾ ਲਈ ਗੁਆ ਬੈਠਦਾ। ਮੈਂ ਤਲਾਕ ਦੇ ਕਾਗਜ਼ ਪਾੜ ਦਿੱਤੇ ਅਤੇ ਆਪਣੀ ਪਤਨੀ ਤੋਂ ਮਾਫ਼ੀ ਮੰਗੀ। ਬਦਲੇ ਵਿੱਚ ਮੇਰੀ ਪਤਨੀ ਨੇ ਕਿਹਾ ਕਿ ਇਹ ਮੇਰੀ ਗਲਤੀ ਸੀ। ਜੇ ਉਸਨੇ ਸ਼ੁਰੂ ਵਿੱਚ ਹੀ ਸਭ ਕੁਝ ਸੱਚ-ਸੱਚ ਦੱਸ ਦਿੱਤਾ ਹੁੰਦਾ ਤਾਂ ਤੁਹਾਡੀ ਸੋਚ ਉਸ ਦਿਸ਼ਾ ਵਿੱਚ ਨਾ ਜਾਂਦੀ। ਪਰ ਮੈਨੂੰ ਇਸ ਸਭ ਤੋਂ ਇਹ ਸਬਕ ਮਿਲਿਆ, ਅੱਧਾ ਸੱਚ ਬਹੁਤ ਖਤਰਨਾਕ ਹੁੰਦਾ ਹੈ। ਕੋਈ ਵੀ ਫੈਸਲਾ ਹਮੇਸ਼ਾ ਪੂਰੀ ਜਾਂਚ ਤੋਂ ਬਾਅਦ ਹੀ ਲਿਆ ਜਾਣਾ ਚਾਹੀਦਾ ਹੈ, ਨਹੀਂ ਤਾਂ ਪਛਤਾਵੇ ਤੋਂ ਸਿਵਾ ਕੁਝ ਹੱਥ ਨਹੀਂ ਆਉਂਦਾ। ਅੱਜ ਮੈਂ ਆਪਣੀ ਪਤਨੀ ਨਾਲ ਖੁਸ਼ਹਾਲ ਜੀਵਨ ਬਤੀਤ ਕਰ ਰਿਹਾ ਹਾਂ। ਮੈਂ ਅੱਜ ਵੀ ਮਜ਼ਦੂਰ ਦਾ ਕੰਮ ਕਰਦਾ ਹਾਂ, ਕਿਉਂਕਿ ਜੇਕਰ ਮੇਰੀ ਪਤਨੀ ਨੇ ਕਿਸੇ ਮਿਹਨਤੀ ਮਜ਼ਦੂਰ ਨਾਲ ਵਿਆਹ ਕੀਤਾ ਸੀ ਤਾਂ ਮੈਂ ਆਪਣੀ ਮਾਸੂਮ ਦਿਲ ਵਾਲੀ ਪਤਨੀ ਲਈ ਇਹ ਸਭ ਕੁਝ ਕਰਨ ਲਈ ਤਿਆਰ ਸੀ। ਇਹ ਵੱਖਰੀ ਗੱਲ ਹੈ ਕਿ ਮੇਰੀ ਪਤਨੀ ਨੇ ਉਹ ਫੈਕਟਰੀ ਖਰੀਦੀ ਸੀ ਜਿੱਥੇ ਮੈਂ ਕੰਮ ਕਰਦਾ ਸੀ। ਹੁਣ ਮੈਂ ਉੱਥੋਂ ਦਾ ਮਾਲਕ ਸੀ, ਪਰ ਫਿਰ ਵੀ ਮੈਂ ਵਰਕਰਾਂ ਨਾਲ ਮਿਲ ਕੇ ਮਿਹਨਤ ਕਰਦਾ ਸੀ। ਮੇਰੀ ਪਤਨੀ ਨੇ ਆਪਣਾ ਫਰਜ਼ ਨਿਭਾਇਆ ਅਤੇ ਮੈਂ ਉਸ ਦੀ ਇੱਛਾ ਪੂਰੀ ਕਰ ਰਿਹਾ ਸਾਂ। ਇਸ ਕਹਾਣੀ ਦਾ ਮਕਸਦ ਤੁਹਾਨੂੰ ਦੱਸਣਾ ਹੈ ਕਿ ਤੁਸੀਂ ਬਿਨਾਂ ਕਿਸੇ ਕਾਰਨ ਆਪਣੀਆਂ ਪਤਨੀਆਂ ਤੇ ਸ਼ੱਕ ਨਾ ਕਰੋ, ਕਿਉਂਕਿ ਇਹ ਸ਼ੱਕ ਹੱਸਦੇ ਵੱਸਦੇ ਘਰ ਨੂੰ ਤਬਾਹ ਕਰ ਦਿੰਦਾ ਹੈ। ਕੋਈ ਵੀ ਵੱਡਾ ਕਦਮ ਚੁੱਕਣ ਤੋਂ ਪਹਿਲਾਂ ਇੱਕ ਵਾਰ ਆਪਣੀ ਪਤਨੀ ਤੋਂ ਪੂਰੀ ਸੱਚਾਈ ਜ਼ਰੂਰ ਜਾਣੋ। ਦੋਸਤੋ, ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ। ਧੰਨਵਾਦ।